हाँ जी सर। हाँ जी। ठीक है, तो इहदे विच की है जी आप जो ट्रू फॉल्स नोट गिवन करने हैं, सॉरी आप जो मल्टीपल चॉइस क्वेश्चन करने आह वाले दे। ठीक है, वन बाय वन आप क्वेश्चन पढ़ांगे समझांगे फिर लोकेशन ते जाके उस चीज नूं करांगे। ठीक है जी, तो की कहते जी अपने कोल 28 नंबर क्वेश्चन है, कहंदे राइटर सजेस्ट करदा वा दैट ਜਿਹੜੀ ਮਾਰਸ਼ਲ ਦੀ ਜਾਨੀ ਕਿ ਡਿਸਕਵਰੀ ਸੀਗੀ, ਮਾਰਸ਼ਲ ਕਿਸੇ ਦਾ ਨਾਮ ਹੋਊਗਾ, ਮਾਰਸ਼ਲਸ ਡਿਸਕਵਰੀ ਕੇਮ ਐਟ ਅ ਗੁੱਡ ਟਾਈਮ ਫॉर द यूएस। ਉਹ ਯੂਐਸ ਦੇ ਲਈ ਇੱਕ ਚੰਗੇ ਸਮੇਂ ਤੇ ਹੋਈ, ਚੰਗੇ ਸਮੇਂ ਤੇ ਉਹ ਡਿਸਕਵਰੀ ਆਈ ਯੂਐਸ ਦੇ ਲਈ। ਕਿਉਂਕਿ ਹੁਣ ਦੇਖੋ ਜੀ ਇਹ ਚਾਰੇ ਰੀਜ਼ਨ ਲਿਖੇ ਪਏ ਕਿ ਰਾਈਟਰ ਸੁਜੈਸਟ ਕਰਦਾ ਕਿ ਮਾਰਸ਼ਲ ਦੀ ਜਿਹੜੀ ਡਿਸਕਵਰੀ ਸੀਗੀ ਜੀ ਉਹ ਯੂਐਸ ਦੇ ਲਈ ਇੱਕ ਚੰਗੇ ਟਾਈਮ ਤੇ ਆਈ। ਕਿਉਂਕਿ ਹੁਣ ਆਪਾਂ ਦੇਖਦੇ ਹਾਂ, ਇੱਕ ਵਾਰੀ ਆਪਾਂ ਪੜ੍ਹ ਕੇ ਆਉਂਦੇ ਉਧਰ ਜਾ ਕੇ, ਤੁਸੀਂ ਆਪਸ਼ਨਸ ਦੇ ਵਿੱਚ ਪਹਿਲਾਂ ਨਹੀਂ ਕਨਫਿਊਜ਼ ਹੋਇਆ ਕਰਨਾ। ਠੀਕ ਹੈ ਨਾ, ਪਹਿਲਾਂ ਉਧਰੋਂ ਆਪਾਂ ਪੜ੍ਹ ਕੇ ਆਉਣਾ ਕਿ ਕੀ ਹੋਇਆ। ਚਲੋ ਜੀ ਜਾਣੇ ਆਪਾਂ ਜੀ ਐਸੇ जो कीवर्ड आ वो मार्शल जानी कि डिस्कवरी हो गया, जिवें यूएस हो गया, टाइम वगैरह इदा लिखिया होगा। ठीक है जी, तो आप जाके देखते हैं जानी कि 28 वाला वा स्टार्टिंग दे विच ही होगा। तो इन्होंने की किया जी, इत्थे मार्शल दी गल हुंदी पई है जी। इत्थे ते आ देखो जी कीवर्ड पे मार्शल डिस्कवरी लग गया पता जी, मार्शल डिस्कवरी पे आई। ध्यान नाल देखो आप ओवरऑल एक बारी पढ़ते हैं कि 1848 ਦੇ ਵਿੱਚ ਹੋਇਆ ਸੀ ਮਾਰਸ਼ਲਸ ਕਿਹਾ ਜਿਹੜਾ। ਹਾਂਜੀ, ਤੇ ਜਾ ਕੇ ਇੱਥੋਂ ਦੇਖਦੇ ਜੀ ਕਹਿੰਦੇ ਐਜ਼ ਇਟ ਹੈਪਨ, ਇਹ ਚੀਜ਼ ਜਿਹੜੀ ਹੋਈ ਕਹਿੰਦੇ ਜਸਟ ਡੇਜ਼ ਆਫਟਰ ਮਾਰਸ਼ਲਸ ਡਿਸਕਵਰੀ, ਮਾਰਸ਼ਲ ਦੀ ਡਿਸਕਵਰੀ ਤੇ ਕੁਝ ਕੁ ਦਿਨਾਂ ਤੋਂ ਬਾਅਦ ਹੀ ਦਾ ਟ੍ਰੀਟੀ ਹੁੰਦਾ ਜੀ ਸੰਧੀ, ਸੰਧੀ ਵਗੈਰਾ ਜਿਹੜੀਆਂ ਕੰਟਰੀਆਂ ਰਲ ਕੇ ਕਰਦੀਆਂ ਹੁੰਦੀਆਂ। ਦਾ ਟ੍ਰੀਟੀ ਆਫ ਗਾਡਲੂਪ ਹਿਡਾਗੋ ਜਿਹੜੀ ਵਾਜ਼ ਸਾਈਨਡ, ਕਹਿੰਦੇ ਜੀ ਟ੍ਰੀਟੀ ਹੈ ਜਿਹੜੀ ਉਹ ਸਾਈਨ ਕੀਤੀ ਗਈ ਸੀਗੀ ਐਂਡਿੰਗ ਦਾ ਮੈਕਸੀਕਨ ਅਮਰੀਕਨ ਵਾਰ, ਯਾਨੀ ਕਿ ਮੈਕਸੀਕਨ ਤੇ ਅਮਰੀਕਨ ਵਾਰ ਆ ਜਿਹੜਾ ਉਹ ਉਹਨਾਂ ਨੇ ਬੰਦ ਕਰਤੀ ਸੀ। ਉਹ ਟ੍ਰੀਟੀ ਦੇ ਵਿੱਚ ਕਹਿਤਾ ਸੀਗਾ ਕਿ ਵਾਰ ਆ ਜਿਹੜੀ ਉਹ ਰੋਕ ਦੋ ਐਂਡ ਟ੍ਰਾਂਸਫਰਿੰਗ ਕੈਲੀਫੋਰਨੀਆ, ਤੇ ਕੈਲੀਫੋਰਨੀਆ ਨੂੰ ਜੀ ਟ੍ਰਾਂਸਫਰ ਕਰਤਾ ਸੀਗਾ ਉਹਨਾਂ ਨੇ ਇਨਟੂ ਦਾ ਓਨਰਸ਼ਿਪ ਆਫ ਯੂਨਾਈਟਿਡ ਸਟੇਟਸ। ਜਿਹੜਾ ਜੀ ਕੈਲੀਫੋਰਨੀਆ ਵਾ ਉਹ ਉਹਨਾਂ ਨੇ ਯੂਨਾਈਟਿਡ ਸਟੇਟਸ ਨੂੰ ਦੇਤਾ ਸੀਗਾ, ਉਹਦੇ ਤੇ ਉਹਨਾਂ ਦੀ ਹਕੂਮਤ ਆ ਗਈ ਸੀ। ਤਾਂ ਆਪਾਂ ਕੀ ਦੇਖਣਾ ਜੀ ਹੁਣ ਧਿਆਨ ਨਾਲ ਕਿ ਮਾਰਸ਼ਲ ਦੀ ਜਦੋਂ ਡਿਸਕਵਰੀ ਹੋਈ ਸੀਗੀ ਕੁਝ ਕੁ ਦਿਨਾਂ ਦੇ ਬਾਅਦ ਕੀ ਹੋਇਆ ਸੀਗਾ, ਉਦੋਂ ਇੱਕ ਟ੍ਰੀਟੀ ਹੋਈ ਸੀਗੀ। ਉਹ ਟ੍ਰੀਟੀ ਦੇ ਵਿੱਚ ਉਹਨਾਂ ਨੇ ਮੈਕਸੀਕਨ ਅਮਰੀਕਨ ਵਾਰ ਐਂਡ ਕਰਤਾ ਸੀਗਾ ਤੇ ਕੈਲੀਫੋਰਨੀਆ ਜੀ ਉਹਨਾਂ ਨੇ ਟ੍ਰਾਂਸਫਰ ਕਰਤਾ ਸੀਗਾ ਯੂਐਸ ਨੂੰ ਹੀ ਦੇਤਾ ਸੀ ਉਹਨਾਂ ਨੇ, ਯੂਨਾਈਟਿਡ ਸਟੇਟ। ਹੁਣ ਆਪਾਂ ਜਾ ਕੇ ਦੇਖ ਕੇ ਆਉਂਦੇ ਜੀ ਆਪਸ਼ਨ ਉੱਧਰ ਧਿਆਨ ਨਾਲ ਪੜਾਂਗੇ ਆਪਾਂ ਜਾ ਕੇ, ਸਾਰਿਆਂ ਨੂੰ ਪਤਾ ਲੱਗ ਗਿਆ ਜੀ ਕੀ ਆਪਾਂ ਪੜ੍ਹ ਕੇ ਆਏ ਉੱਧਰ। ठीक है, ध्यान नाल देखो पहली ऑप्शन कहंदे मैक्सीकन अमेरिकन वॉर यानी कि वाज एंडिंग इनदी गल उत्थे हुई आ। गां जाके पढ़ते हैं अपन थोड़ा जिहा। सो देयर वर men needing work, ਤਾਂ ਇੱਥੇ ਕਰਕੇ ਜੀ यानी कि men needing work ਸੀਗਾ, ਇਹਦੀ ਕੋਈ ਗੱਲ ਹੋਈ ਹੈ ਜੀ। ध्यान नाल देखो कई बार हाफ स्टेटमेंट मिल जाती है बट हाफ स्टेटमेंट नहीं मिलती, ਤਾਂ ਕਰਕੇ ਉਹਨੂੰ क्रॉस करना पैंदा। दूसरा की कहंदे जी इज एक्सपर्टाइज इन वाटर पावर वुड बी यूजफुल इन गोल्ड माइनिंग, गल हुई कोई जी इदां दी कोई गल हुई अपने। ठीक है जी, ये मैं क्रॉस करता। तीसरा की कहंदे जी, कहंदे पॉपुलेशन है जिहड़ी कैलीफोर्निया दी जी वो पहला ही शुरू हो गई सी इनक्रीज होनी, कोई गल हुई सनप्रीत इदां दी जी सिमर? कोई गल हुई जी? नहीं हुई। डी दे विच की कहा द रीजन वाज about to come under the control of US, कि जेड़ा जी रीजन आ, रीजन दा मतलब उन्होंने उधर लिखिया पिया जी कैलीफोर्निया, कहंदे जेड़े इलाका वा वो यूएस कंट्रोल दे अंडर बस आउण वाला सीगा ते वो कही नहीं जांदे भी ट्रांसफर करता सीगा वो ट्रीटी दे विच। हां जी हां जी, यानी कि ये जेड़ी मार्शल दी डिस्कवरी सी वो किहड़े टाइम आई सीगी? ਉਹ ਵਾਲੇ ਟਾਈਮ ਆਈ ਸੀਗੀ ਜਦੋਂ ਯੂਐਸ ਨੂੰ ਕੈਲੀਫੋਰਨੀਆ ਟ੍ਰੀਟੀ ਦੇ ਵਿੱਚ ਟ੍ਰਾਂਸਫਰ ਕਰਤਾ ਸੀ ਉਹਨਾਂ ਨੇ। ਲੱਗਿਆ ਪਤਾ ਜੀ? डाउट तो नहीं किसी को? आकर्ष सिमर डाउट तो नहीं जी किसी को? ज्योति ओके जी, अगला देख रहे जी। हमेशा याद रखियो कि एलिमिनेट थ्योरी दा यूज करया करो मल्टीपल दे विच। ठीक है जी, हुण देखो मैं देखो ਤੁਹਾਨੂੰ पता कि 90% स्टूडेंट ने ए लाना सीगा कि हाँ जी जी अमेरिका ते मैक्सीको दी बात ਇਹਦੇ ਬਾਰੇ ਗੱਲ ਹੋਈ, बट मेन गल ਤਾਂ ਇਹ कि ਉਹਨਾਂ ਨੇ ਪਿੱਛੇ ਵਾਲੀ ਗੱਲ ਕੀਤੀ ਆਪਣੇ ਕੋਲ ਨਿੱਕੀ ਜਿਹੀ ਚਲਾਕੀ ਖੇਡ ਜਾਂਦੀ ਹਮੇ ਲੱਗੀ ਨੇ ਇਹ ਗੱਲ ਦਾ ਧਿਆਨ। ਹਾਲਾਂकि मैं ਤੁਹਾਨੂੰ ਦੱਸਾਂ ਆਪਾਂ ਬੈਕ ਜਾਂਦੇ ਆ ਉੱਤੇ ਜਾਨੀ ਕਿ ਪੈਰਾਗ੍ਰਾਫ ਤੇ
ਜੇ ਮੈਂ ਤੁਹਾਨੂੰ ਦੱਸਾਂ ਕਿ ਨੀਚੇ ਉਹ ਪੋਪੂਲੇਸ਼ਨ ਦੀ ਗੱਲ ਜ਼ਰੂਰ ਕਰੀ ਜਾਂਦੇ ਸੀ, ਬਟ ਉਹ ਕਨਫਿਊਜ਼ ਕਰਨ ਵਾਲੀਆਂ ਗੱਲਾਂ ਹੁੰਦੇ ਆ ਦੇਖੋ ਆਪਾਂ ਜੇ ਤੇ ਨੀਚੇ ਹੋ ਵੀ ਜਾਈਏ ਨਾ ਸ਼ਿਫਟ ਮੜਾ ਆ ਓਨਰਸ਼ਿਪ ਤੱਕ ਆਪਾਂ ਪੜ੍ਹ ਲਿਆ ਸੀਗਾ। ਦੇਖੋ ਜੀ ਐਟ ਦਾ ਟਾਈਮ ਦਾ ਪਾਪੂਲੇਸ਼ਨ ਆਫ ਟੈਰੀਟਰੀ, ਦੇਖੋ ਕਹਿੰਦੇ ਜਿਹੜੀ ਪੋਪੂਲੇਸ਼ਨ ਸੀਗੀ ਜੀ ਟੈਰੀਟਰੀ ਦੀ, ਉਹਦੇ ਵਿੱਚ ਕਮ ਸੇ ਕਮ 6500 ਲੋਕ ਸੀਗੇ ਕੈਲੀਫੋਰਨੀਅਸ, ਤੇ ਉਹਦੇ ਵਿੱਚ 700 ਫੋਰਨਰ ਸੀਗੇ, ਤੇ ਉਹਨਾਂ ਵਿੱਚ 1,50,000 ਸੀਗੇ ਨੇਟਿਵ ਅਮਰੀਕਨ। ਪਰ ਮੇਰਾ ਤੁਹਾਨੂੰ ਇੱਥੇ ਇੱਕ ਕੁਐਸਚਨ ਆ, ਇਹ ਦੱਸੀ ਜਾਂਦੇ ਆ ਕਿ ਇਹ ਇਲਾਕੇ ਦੇ ਵਿੱਚ ਇੰਨੇ ਕ ਬੰਦੇ ਆਹ ਸੀਗੇ, ਇੰਨੇ ਕ ਬੰਦੇ ਆਹ ਸੀਗੇ, ਇੰਨੇ ਕ ਬੰਦੇ ਸੀਗੇ ਜੀ ਆਹ ਵਾਲੇ, ਪਰ ਇਹਨਾਂ ਨੇ ਇੱਥੇ ਕਿਤੇ ਵੀ ਇਦਾਂ ਲਿਖਿਆ ਕਿ ਪੋਪੂਲੇਸ਼ਨ ਰੈਪਿਡਲੀ ਵੱਧ ਗਈ ਸੀਗੀ? ਇਹ ਤਾਂ ਗਿਣਤੀ ਦੱਸੀ ਹੈ ਸਰ। ਨਹੀਂ ਸਰ, ਜੇ ਮੈਂ ਤੁਹਾਨੂੰ ਕਹਾਂ ਕਿ ਸਿੰਘਾਂ ਵਾਲੇ ਦੇ ਵਿੱਚ ਜਾਣੀ ਕਿ 1000 ਬੰਦਾ ਮੋਗੇ ਤੋਂ ਆ ਕੇ ਰਹਿਣ ਲੱਗਾ ਵਾ, 1000 ਬੰਦਾ ਸਿੰਘਾਂ ਵਾਲੇ ਦਾ ਵਾ, ਤੇ 1000 ਬੰਦਾ ਧਾਰੀਵਾਲ ਤੋਂ ਆ ਕੇ ਰਹਿਣ ਲੱਗਾ, ਟੋਟਲ ਸੰਖਿਆ ਇੱਥੋਂ ਦੀ 3000। ਪਰ ਮੈਂ ਇਦਾਂ ਤਾਂ ਕਿਤੇ ਨਹੀਂ ਕਹਿ ਰਿਹਾ ਕਿ ਸਿੰਘਾਂ ਵਾਲੇ ਦੀ ਸੰਖਿਆ ਰੈਪਿਡਲੀ ਇਨਕਰੀਜ਼ ਹੋਈ ਜਾਂ ਡਿਕਰੀਜ਼ ਹੋਈ, ਇਹ ਤਾਂ ਕਿਤੇ ਨਹੀਂ ਕਿਹਾ। ਕਹਿਣਾ ਪਤਾ ਹੀ ਜੇ ਤੁਸੀਂ ਨੀਚੇ ਜਾ ਕੇ ਪੋਪੂਲੇਸ਼ਨ ਤੇ ਕਨਫਿਊਜ਼ ਵੀ ਹੁੰਨੇ ਹੋ, ਬਾਈ ਚਾਂਸ ਜੇ ਕੋਈ ਸਟੂਡੈਂਟ ਕਨਫਿਊਜ਼ ਵੀ ਹੁੰਦਾ ਵਾ, ਤਾਂ ਫਿਰ ਕੀ ਹੁੰਦਾ ਵਾ ਜੀ, ਉੱਥੇ ਜਾਣੀ ਕਿ ਪੋਪੂਲੇਸ਼ਨ ਜਸਟ ਦੱਸੀ ਵੀ ਆ, ਨਾ ਕਿ ਇਹ ਕਿਹਾ ਵੀ ਉਹ ਇਨਕਰੀਜ਼ ਹੋਈ ਆ ਕਿ ਨਹੀਂ। ਲੱਗਿਆ ਨਾ ਪਤਾ ਜੀ? ਠੀਕ ਹੈ ਜੀ, ਹਾਂਜੀ ਇਹ ਚੰਗੀ ਤਰ੍ਹਾਂ ਹੋ ਗਿਆ, ਆਪਾਂ ਇੱਥੇ ਟਿਕ ਲਾ ਦਿੰਦੇ ਆ ਜੀ। ਅਗਲਾ ਆਪਾਂ ਜਾਣਦੇ ਆ ਜੀ, ਕਹਿੰਦੇ ਵਾਟ ਵਾਸ ਦਾ ਰਿਐਕਸ਼ਨ ਕੀ ਸੀਗਾ ਜੀ, ਕਹਿੰਦੇ ਕਾਹਦੇ ਵਿੱਚ 1848 ਦੇ ਵਿੱਚ ਕੀ ਰਿਐਕਸ਼ਨ ਸੀਗਾ ਜੀ ਟੂ ਦਾ ਨਿਊਜ਼ ਆਫ ਦਾ ਡਿਸਕਵਰੀ ਆਫ ਗੋਲਡ। ਧਿਆਨ ਨਾਲ ਕੁਐਸਚਨ ਨੂੰ ਪੜਿਓ ਜੀ, ਕਹਿੰਦੇ 1848 ਦੇ ਵਿੱਚ ਜਦੋਂ ਗੋਲਡ ਦੀ ਡਿਸਕਵਰੀ ਦੀ ਨਿਊਜ਼ ਆਈ, ਤਾਂ ਜੀ ਉੱਤੇ ਰਿਐਕਸ਼ਨ ਕੀ ਸੀਗਾ? ਰਿਐਕਸ਼ਨ ਓਬਵੀਅਸ ਜੀ ਗੱਲ, ਲੋਕਾਂ ਦਾ ਰਿਐਕਸ਼ਨ ਹੀ ਹੁੰਦਾ ਵਾ ਕਿਸੇ ਵੀ ਚੀਜ਼, ਠੀਕ ਹੈ ਜੀ। ਤੇ ਜਾ ਕੇ ਦੇਖਦੇ ਆਪਾਂ ਜੀ ਹੁਣ ਕਿ ਇਹਦੇ ਆਪਣੇ ਕੋਲੇ ਕੀਵਰਡ ਕੀ ਆ ਜੀ। ਕੀਵਰਡ ਆਪਣੇ ਕੋਲੇ ਈਅਰ ਪਿਆ ਵਾ ਸਭ ਤੋਂ ਵੱਡਾ, ਤੇ ਡਿਸਕਵਰੀ ਆਫ ਗੋਲਡ ਪਿਆ ਜੀ ਆਪਣੇ ਕੋਲੇ ਨਿਊਜ਼ ਚੈਨਲ ਪਏ ਆ, ਤੇ ਮੋਸਟ ਇੰਪੋਰਟੈਂਟਲੀ ਆਪਣੇ ਕੋਲੇ ਰਿਐਕਸ਼ਨ ਵਗੈਰਾ ਵਰਡ ਵੀ ਪਿਆ, ਠੀਕ ਹੈ। ਜਦੋਂ ਤੁਸੀਂ ਸਕੈਨਿੰਗ ਕਰਦੇ ਹੋ ਉਦੋਂ ਥੋੜਾ ਜਿਹਾ ਚੁਕੰਨੇ ਰਹਿਣਾ ਹੁੰਦਾ ਬਸ, ਕਿਉਂਕਿ ਮੈਂ ਤੁਹਾਨੂੰ ਦੱਸਾਂ ਕਿ 1848 ਇੱਥੇ ਵੀ ਪਿਆ ਵਾ ਉੱਪਰ। ਜ਼ਿਆਦਾਤਰ ਮੈਂ ਤੁਹਾਨੂੰ ਕਿਹਾ ਸੀ ਕਿ 99% ਸ਼ੋਰ ਹੁੰਦਾ ਵਾ ਕਿ ਜਿਹੜੇ ਮਲਟੀਪਲ ਕੁਐਸਚਨ ਹੁੰਦੇ ਆ ਉਹ ਸੀਕੁਐਂਸ ਦੇ ਵਿੱਚ ਚੱਲਦੇ। ਨਾਰਮਲ ਜੀ ਗੱਲ ਹੈ, ਜੇ ਆਪਾਂ ਨੂੰ 28ਵਾਂ ਕੁਐਸਚਨ ਇੱਥੇ ਲੱਭਿਆ ਵਾ ਤਾਂ 29ਵਾਂ ਕੁਐਸਚਨ ਨੀਚੇ ਹੋਊਗਾ, ਨਾ ਕਿ ਉੱਪਰ ਹੋਊਗਾ। ਪਰ ਜੇ ਤੁਸੀਂ 1 ਸੈਕਿੰਡ ਲਈ ਵੈਰੀਫਾਈ ਵੀ ਕਰਨਾ ਚਾਹੁੰਦੇ ਹੋ ਕਿ ਇੱਥੇ ਕਾਦੀ ਗੱਲ ਹੋਈ ਜਾਂਦੀ ਹੈ, ਤਾਂ ਦੇਖ ਲਓ ਮਿੰਟੋ ਮਿੰਟ ਹੀ ਕਹਿ ਦੋ ਮਾਰਸ਼ਲ ਆ, ਇਹ ਸੀਗਾ ਕੋਈ ਬੰਦਾ, ਇਹਨੇ ਸੋਨੇ ਦੇ ਫਲੇਕ ਲੱਭੇ ਸੀਗੇ ਨੇ ਰਿਵਰ ਦੇ ਵਿੱਚ ਨੀਅਰ ਕੋਲੰਬੀਆ। ਨਿਊਜ਼ ਨੇ ਆਪਦੀ ਕੋਈ ਗੱਲ ਨਹੀਂ, ਬਾਅਦ ਚੋਂ ਜਿਹੜੀ ਗੱਲ ਹੋਈ ਉਹ ਆਪਾਂ ਨੂੰ ਆਲਰੇਡੀ ਪਤਾ ਵਾ, ਇਹਦਾ ਮਤਲਬ ਇਹ ਲੋਕੇਸ਼ਨ ਹੈ ਨੀਚੇ। ਆਪਾਂ ਨੀਚੇ ਚੱਲੇ ਆਂ ਜੀ, ਹੁਣ ਨੀਚੇ ਆਪਾਂ ਪੈਰਾਗ੍ਰਾਫ B ਤੇ ਆ ਗਏ। ਇਹਨਾਂ ਨੇ ਕਿਹਾ ਵਾ ਦੋ ਦਾ ਮਤਲਬ ਇੱਥੇ ਆਲਦੋ ਹੁੰਦਾ ਜੀ, ਮੈਂ ਤੁਹਾਨੂੰ ਰਾਈਟਿੰਗ 'ਚ ਵੀ ਕਿਹਾ ਸੀ ਇੱਕ ਵਾਰੀ, ਦੋ ਦਾ ਮਤਲਬ ਆਲਦੋ। ਭਾਵੇਂ ਕਹਿੰਦੇ ਪਹਿਲਾਂ ਤਾਂ ਆਹ ਚੀਜ਼ ਦੇਖੋ ਜੀ, ਆਪਣੀ 1848 ਪਈ ਆ ਪਿਆ ਜੀ ਨਿਊਜ਼ਪੇਪਰ, ਪੋਸੀਬਿਲਿਟੀ ਹੈ ਨਾ ਇੱਥੇ ਆਪਣਾ ਆਨਸਰ ਹੋ ਸਕਦਾ ਜੀ। ਤੇ ਮੋਸਟ ਇੰਪੋਰਟੈਂਟਲੀ ਜੀ ਆਹ ਦੇਖੋ ਵਰਡ ਕੀ ਪਿਆ, ਲੱਗਿਆ ਪਤਾ ਜੀ? ਤਾਂ ਆਪਾਂ ਜੀ ਇਹਨੂੰ ਪੜ੍ਹਨਾ ਸਟਾਰਟ ਕਰਦੇ ਹਾਂ। ਹਮੇਸ਼ਾ ਰੀਡਿੰਗ ਨੂੰ ਜੰਪ ਕਰਾ ਕੇ ਪੜ੍ਹੀਦਾ ਹੁੰਦਾ, ਆਪਦਾ ਟਾਈਮ ਸੇਵ ਕਰਨਾ। ਲੱਗਿਆ ਪਤਾ ਜੀ? ਹਮੇਸ਼ਾ ਦੇਖਿਓ, ਕਹਿੰਦੇ ਕਿ ਭਾਵੇਂ ਮਾਰਸ਼ਲ ਤੇ ਆਏ ਨੇ ਟਰਾਈ ਕੀਤਾ ਜੀ ਇਹਨਾਂ ਨੇ, ਯਾਨੀ ਕਿ ਨਿਊਜ਼ ਨੂੰ ਚੰਗੀ ਤਰ੍ਹਾਂ ਡਿਸਕਸ ਕਰਨ ਵਿੱਚ ਗਾਂ ਜਾਂਦੇ ਜੀ। ਮਿਡ ਮਾਰਚ 1848 ਦੇ ਵਿੱਚ ਐਟਲੀਸਟ 1 ਨਿਊਜ਼ਪੇਪਰ ਨੇ ਰਿਪੋਰਟਿੰਗ ਕੀਤੀ ਸੀਗੀ ਜੀ। ਕੀ ਰਿਪੋਰਟਿੰਗ ਕੀਤੀ ਸੀਗੀ? ਲਾਰਜ ਕੁਆਂਟੀਟੀਜ਼ ਆਫ ਗੋਲਡ ਵਰ ਬੀਇੰਗ ਫਾਊਂਡ। ਉਹ ਨਿਊਜ਼ਪੇਪਰ ਨੇ ਕਿਹਾ ਸੀ ਕਿ ਜੀ ਬਹੁਤ ਜ਼ਿਆਦਾ ਗੋਲਡ ਕਹਿੰਦੇ ਲੱਭਿਆ ਜਾ ਰਿਹਾ ਵਾ, ਠੀਕ ਹੈ ਜੀ। ਦੋ ਦਾ ਮਤਲਬ ਫਿਰ ਆਲਦੋ ਹੈ ਜੀ। ਕਹਿੰਦੇ ਭਾਵੇਂ ਕਹਿੰਦੇ ਇਨੀਸ਼ੀਅਲ ਰਿਐਕਸ਼ਨ ਜਿਹੜਾ ਸੀਗਾ ਸੈਨ ਫਰਾਂਸਿਸਕੋ ਦੇ ਵਿੱਚ ਵਾਜ਼ ਡਿਸਬਲੀਫ ਕੀ ਹੁੰਦਾ ਵਾ ਜੀ? ਵੀ ਕਿਸੇ ਚੀਜ਼ ਨੂੰ ਆਪਾਂ ਕਹਿ ਦਈਏ ਕਿਸੇ ਚੀਜ਼ ਤੇ ਕਿ ਵਿਸ਼ਵਾਸ ਵਗੈਰਾ ਨਾ ਕਰਨਾ, ਕਿਸੇ ਦੇ ਪਿੱਛੇ ਨਾ ਲੱਗਣਾ, ਠੀਕ ਹੈ ਜੀ। ਕਹਿੰਦੇ ਜੀ ਭਾਵੇਂ ਸ਼ੁਰੂ ਵਾਲਾ ਜਿਹੜਾ ਰਿਐਕਸ਼ਨ ਸੀਗਾ ਉਹ ਡਿਸਬਲੀਫ ਸੀਗਾ। ਸ਼ਾਪਕੀਪਰ ਜਿਹੜੇ ਸਟੋਰਕੀਪਰ ਜਿਹੜੇ ਸੀਗੇ ਜੀ ਆਹ ਵਾਲੇ, ਇਹਨਾਂ ਨੇ ਸੈਟ ਆਫ ਅਫਰੈਂਜੀ 2 bottles containing ਕਹਾਂ ਚੱਲਦੇ ਇੱਥੇ ਜੀ by mid June some 3/4 of the male population, ਕਾਫੀ ਜ਼ਿਆਦਾ ਮੇਲ ਪੋਪੂਲੇਸ਼ਨ। 3/4 ਦਾ ਮਤਲਬ ਕੀ ਹੁੰਦਾ? ਕਾਫੀ ਜ਼ਿਆਦਾ ਪੋਰਸ਼ਨ ਜਿਹੜਾ ਮੇਲ ਪੋਪੂਲੇਸ਼ਨ ਦਾ ਸਾਨ ਫਰਾਂਸਿਸਕੋ ਤੋਂ ਉਹ ਲੈਫਟ ਹੋ ਗਿਆ ਜੀ। ਉਹਨਾਂ ਨੇ ਆਪਣੇ ਪਿੰਡ ਵਗੈਰਾ ਛੱਡਤੇ। ਉਹ ਕਹਿੰਦੇ ਕਾਹਦੇ ਵਾਸਤੇ ਛੱਡਤੇ ਪਿੰਡ? ਗੋਲਡ ਮਾਈਨਸ ਵਾਸਤੇ।
ਸੋਨੇ ਦੀਆਂ ਖਾਣਾਂ ਲੱਭਣ ਵਾਸਤੇ। ਐਂਡ ਨੰਬਰ ਆਫ ਮਾਈਨਸ ਇਨ ਦਾ ਏਰੀਆ ਰੀਚਡ 4000 ਬਾਏ ਅਗਸਤ। ਤੇ ਅਗਸਤ ਦੇ ਤੱਕ ਲੋਕਾਂ ਨੇ ਘੱਟੋ ਘੱਟ 4000 ਖਾਣਾਂ ਪੁੱਟਤੀਆਂ ਬਈ ਸ਼ਾਇਦ ਸਾਨੂੰ ਸੋਨਾ ਲੱਭ ਜਾਵੇ। ਠੀਕ ਹੈ ਜੀ। ਤਾਂ ਓਵਰਆਲ ਜਿਹੜਾ ਕੀ ਹੈ ਜੀ, ਓਵਰਆਲ ਇਹ ਹੈ ਕਿ ਮਾਰਚ ਦੇ ਵਿੱਚ ਇਹ ਨਿਊਜ਼ ਆਈ ਸੀਗੀ ਤੇ ਸ਼ੁਰੂ ਤੋਂ ਲੋਕਾਂ ਨੇ ਇਹਦੇ ਵਿੱਚ ਕੋਈ ਇੰਟਰਸਟ ਨਹੀਂ ਵਿਖਾਇਆ, ਜਾਣੀ ਕਿ ਡਿਸਬਲੀਵ, ਕੋਈ ਉਹਨਾਂ ਨੇ ਬਲੀਵ ਨਹੀਂ ਕੀਤਾ ਇਹਦੇ ਤੇ। ਬਟ ਬਾਅਦ ਚ ਕੀ ਹੋਇਆ, ਬਾਅਦ ਚੋਂ ਕਾਫੀ ਜ਼ਿਆਦਾ ਮੇਲ ਆਪਣਾ ਟਾਊਨ ਵਗੈਰਾ ਛੱਡ ਗਏ, ਟਾਊਨ ਛੱਡ ਕੇ ਉਹ ਸੋਨੇ ਦੀਆਂ ਖਾਣਾਂ ਲੱਭਣ ਜਾ ਵੜੇ ਤੇ ਅਗਸਤ ਤੱਕ ਉਹਨਾਂ ਨੇ 4000 ਖਾਣਾ ਪੁੱਟ। ਚਲੋ ਜਾ ਕੇ ਦੇਖਦੇ ਹਾਂ ਕਿ ਰਿਐਕਸ਼ਨ ਕੀ ਸੀਗਾ। ਠੀਕ ਹੈ ਜੀ, ਆਪਾਂ ਮੂਵ ਹੋਣ ਲੱਗੇ ਹੁਣ ਕੁਐਸਚਨ ਤੇ। ਠੀਕ ਹੈ ਜੀ, ਪਹਿਲੇ ਨੰਬਰ ਤੇ ਦੇਖਦੇ ਹਾਂ। ਕਹਿੰਦੇ ਜਾਨੀ ਕਿ ਦਾ ਪ੍ਰੈਸ ਪਲੇਡ ਅ ਲਾਰਜ ਪਾਰਟ ਇਨ ਕਨਵਿੰਸਿੰਗ ਦਾ ਪਬਲਿਕ। ਕੋਈ ਗੱਲ ਹੋਈ ਏਦਾਂ ਦੀ ਵੀ ਜਿਹੜਾ ਮੀਡੀਆ ਸੀ, ਜਿਹੜਾ ਨਿਊਜ਼ਪੇਪਰ ਸੀਗਾ, ਉਹਨਾਂ ਨੇ ਲੋਕਾਂ ਨੂੰ ਕਨਵਿੰਸ ਕੀਤਾ ਆਫ ਦਾ ਰਿਚਸ ਅਵੇਲੇਬਲ। ਕੋਈ ਗੱਲ ਹੋਈ ਜੀ ਏਦਾਂ ਦੀ? ਕੋਈ ਗੱਲ ਨਹੀਂ ਹੋਈ ਜੀ ਏਦਾਂ ਦੀ। ਕਹਿੰਦੇ ਮੈਨੀ ਮੈਨ, ਬਹੁਤ ਸਾਰੇ ਜਿਹੜੇ ਲੋਕ ਸੀਗੇ ਜੀ ਇਨ ਸੈਨ ਫਰਾਂਸਿਸਕੋ, ਜਾਨੀ ਕਿ ਲੈਫਟ ਇਮੀਡੀਏਟਲੀ। ਤੁਸੀਂ ਮੈਨੂੰ ਇਹ ਗੱਲ ਦੱਸੋ ਕਿ ਉਹ ਇਮੀਡੀਏਟਲੀ ਲੈਫਟ ਕੀਤੇ ਸੀ ਕਿ ਉਹਨਾਂ ਨੇ ਪਹਿਲਾਂ ਕੋਈ ਇੰਟਰਸਟ ਹੀ ਨਹੀਂ ਸ਼ੋ ਕੀਤਾ ਨਿਊਜ਼ ਦੇ ਵਿੱਚ? ਉਹਨਾਂ ਨੇ ਪਹਿਲਾਂ ਇੰਟਰਸਟ ਨਹੀਂ ਸੀ ਸ਼ੋ ਯਾਨੀ ਕਿ ਕਾਂਟਾ ਮਾਰਦਾ ਵਾ ਸਨਪ੍ਰੀਤ, ਮੈਂ ਤੁਹਾਨੂੰ ਕਿਹਾ ਸੀ ਕਿ ਉਹ ਗੱਲ ਕਰੀ ਜਾਂਦੇ ਆ ਮਾਰਚ ਦੀ ਮੇਰੇ ਅਕੋਰਡਿੰਗ, ਹੈ ਨਾ, ਮਾਰਚ ਦੀ। ਤੇ ਉਹਨਾਂ ਨੇ ਇਮੀਡੀਏਟਲੀ ਕੋਈ ਨਹੀਂ ਆਪਦਾ ਇੰਟਰਸਟ ਸ਼ੋ ਕੀਤਾ ਸੀ, ਬਸ ਬਲਕਿ ਡਿਸਬਲੀਫ ਉਹਨਾਂ ਨੇ ਮੰਨਿਆ ਸੀ। ਲੱਗਿਆ ਪਤਾ ਜੀ ਮੈਂ ਬੀ ਤੇ ਕ੍ਰੋਸ ਕਾਹਤੋਂ ਮਾਰੀ ਜਾਂਦਾ, ਕਿਉਂਕਿ ਇਹਨਾਂ ਵਿੱਚ ਨਿੱਕੀਆਂ ਨਿੱਕੀਆਂ ਬਰੀਕੀਆਂ ਛੁਪੀਆਂ ਹੁੰਦੀਆਂ ਵਾ ਜਿਹੜੀਆਂ ਪੜ੍ਹ ਕੇ ਆਪਾਂ ਕਰਨੀਆਂ ਆ। ਸਾਰਾ ਪੜ੍ਹ ਲੈਂਦੇ ਆ। ਕਹਿੰਦੇ ਬਹੁਤ ਸਾਰੇ ਮੈਨ ਜਿਹੜੇ ਸੈਨ ਫਰਾਂਸਿਸਕੋ ਦੇ ਵਿੱਚ ਸੀਗੇ, ਇੱਕੋ ਬਹੁਤ ਛੇਤੀ ਉਹ ਜਾ ਵੜੇ ਉੱਥੋਂ ਚੈੱਕ ਆਊਟ ਕਰ ਲਈ, ਵੀ ਆਪਣੇ ਆਪ ਚੈੱਕ ਆਊਟ ਕਰ ਲਈ ਵੀ ਅਸੀਂ ਜਾ ਕੇ ਦੇਖ ਕੇ ਉਹਨੇ ਵੀ ਖਾਣਾ ਹੈਗੀਆਂ ਕਿ ਗਏ। ਉਹ ਜ਼ਰੂਰ ਸੀਗੇ ਪਰ ਇਮੀਡੀਏਟਲੀ ਨਹੀਂ ਗਏ ਸੀਗੇ, ਤਾਂ ਕਰਕੇ ਮੈਨੂੰ ਬੀ ਤੇ ਕ੍ਰੋਸ ਕਰਨਾ ਪੈ ਗਿਆ। ਅੱਗੇ ਦੇਖਦੇ ਆ ਜੀ ਆਪਾਂ। ਕਹਿੰਦੇ ਪੀਪਲ ਨੀਡਡ ਟੂ ਸੀ ਫਿਜ਼ੀਕਲ ਐਵੀਡੈਂਸ। ਲੋਕਾਂ ਨੇ ਜਾ ਕੇ ਜੀ ਫਿਜ਼ੀਕਲ ਐਵੀਡੈਂਸ ਦੇਖੇ। ਹੁਣ ਇਹਦੇ ਵਿੱਚ ਛੇਤੀ ਛੂਤੀ ਜਾਣ ਦੀ ਕੋਈ ਗੱਲ ਨਹੀਂ ਕੀਤੀ ਜੀ ਉਹਨਾਂ ਨੇ, ਧਿਆਨ ਰੱਖਿਓ ਇਹ ਗੱਲ ਦਾ। ਉੱਪਰਲੇ ਤੇ ਥੱਲੜਲੇ ਵਿੱਚ ਸਿਰਫ ਇਹੀ ਫਰਕ ਆ। ਕਹਿੰਦੇ ਜੀ ਲੋਕਾਂ ਨੇ ਕੀ ਕੀਤਾ ਜੀ, ਲੋਕਾਂ ਨੂੰ ਇਹ ਜ਼ਰੂਰਤ ਮਹਿਸੂਸ ਹੋਈ ਕਿ ਅਸੀਂ ਉੱਥੇ ਜਾ ਕੇ ਆਪ ਵੇਖੀਏ ਬਿਫੋਰ ਦੇ ਟੁਕ ਇਟ ਸੀਰੀਅਸਲੀ ਲੈਣ ਤੋਂ ਪਹਿਲਾਂ। ਤਾਂ ਦੇਖੋ ਜੀ ਆ ਉਹਨਾਂ ਨੇ ਸਿੱਧੇ ਤੌਰ ਤੇ ਗੱਲ ਕੀਤੀ ਨਹੀਂ ਪਈ ਕਿ 3/4 ਆਫ ਮੈਨ ਆ ਜਿਹੜੇ ਉੱਥੇ ਜਾ ਵੜੇ ਸੀਗੇ ਤੇ ਜਾ ਕੇ ਉਹਨਾਂ ਨੇ ਮਾਈਨਿੰਗ ਸ਼ੁਰੂ ਕਰਤੀ ਤੇ 4000 ਖਾਣਾ ਉਹਨਾਂ ਨੇ ਆਪਦੇ ਅੱਖੀ ਉਹਨਾਂ ਨੇ ਉਹ ਚੀਜ਼ ਆਪਦੇ ਜਾਨੀ ਕਿ ਪ੍ਰੈਕਟੀਕਲੀ ਉਹ ਚੀਜ਼ ਨੂੰ ਕੀਤਾ। ਥੱਲੇ ਵਾਲਾ ਵੇਖ ਲਓ ਜੀ, men in other mines in the USA were among the first respond to it। ਕਿਤੇ ਲਿਖਿਆ ਬਈ ਯੂਐਸ ਦੇ ਜਿਹੜੀਆਂ ਬਾਕੀ ਖਾਣਾਂ ਦੇ ਵਿੱਚ ਲੋਕੀ ਖੁਦਾਈ ਕਰੀ ਜਾਂਦੇ ਸੀਗੇ, ਉਹਨਾਂ ਨੇ ਜਾ ਕੇ ਸਭ ਤੋਂ ਪਹਿਲਾਂ ਰਿਸਪੌਂਡ ਦਿੱਤਾ ਇਹ ਚੀਜ਼ ਨੂੰ। ਕਿਤੇ ਗੱਲ ਹੋਈ ਜੀ? ਤਾਂ ਦੇਖੋ ਜਦੋਂ ਮੈਂ ਤਿੰਨਾਂ ਤੇ ਕ੍ਰੋਸ ਕਰ ਦਵਾਂ ਤਾਂ ਮੇਰੇ ਕੋਲੇ ਇੱਕ ਹੀ ਆਪਸ਼ਨ ਬਚਦੀ ਆ ਜਿਹੜੀ ਬਹੁਤ ਜ਼ਿਆਦਾ ਕਲੋਜ਼ ਵੀ ਆ ਤੇ ਜਿਹੜੀ ਪੂਰੀ ਸਹੀ ਵੀ। ਲੱਗਿਆ ਪਤਾ ਜੀ? ਮੈਂ ਤੁਹਾਨੂੰ ਇੱਥੇ ਇੱਕ ਚੀਜ਼ ਦੱਸ ਦਵਾਂ ਜੀ, ਬੀ ਤੇ ਸੀ ਦੇ ਸਿਰਨਮ ਵਿੱਚ ਭਾਵੇਂ ਫਰਕ ਆ, ਪਰ ਤੁਹਾਨੂੰ ਪਤਾ ਕਿ ਇਹ 90% ਇੱਕ ਦੂਜੇ ਦੀ ਪੈਰਾਫਰੇਜ਼ਿੰਗ ਕੀਤੀ ਵੀ ਆ। ਮੈਂ ਤੁਹਾਨੂੰ ਦੱਸ ਦਵਾਂ ਕਿ ਮੈਨੀ ਮੈਨ ਇਨ ਸੈਨ ਫਰਾਂਸਿਸਕੋ, ਤੇ ਸੈਨ ਫਰਾਂਸਿਸਕੋ ਦੇ ਆਹ ਲੋਕ ਆ ਜਿਹੜੇ ਸੀ ਦੇ ਵਿੱਚ ਗੱਲ ਕਰੀ ਜਾਂਦੇ। ਮੰਨਦੇ ਹੋ ਨਾ ਇੰਨੀ ਗੱਲ? ਠੀਕ ਹੈ ਜੀ। ਇਹਨਾਂ ਨੇ ਵੀ ਕਿਹਾ ਵੀ ਉਹਨਾਂ ਨੇ ਆਪਣੇ ਆਪ ਜਾ ਕੇ ਦੇਖਿਆ ਤੇ ਇਹਦੇ ਵਿੱਚ ਵੀ ਲਿਖਿਆ ਪਿਆ ਵਾ ਵੀ ਉਹਨਾਂ ਨੂੰ ਉੱਥੇ ਜਾਣ ਦੀ ਜ਼ਰੂਰਤ ਮਹਿਸੂਸ ਹੋਈ। ਪੈਰਾਫਰੇਜ਼ਿੰਗ ਹੈ। ਇੱਥੇ ਵੀ ਉਹਨਾਂ ਨੇ ਕਿਹਾ ਕਿ ਉਹ ਚੈੱਕ ਕਰਨ ਲਈ ਗਏ ਸੀਗੇ, ਇੱਥੇ ਵੀ ਉਹਨਾਂ ਨੇ ਕਿਹਾ ਵੀ ਉਹ ਦੇਖਣ ਲਈ ਗਏ ਸੀਗੇ। ਤਾਂ ਦੇਖੋ ਇਹ ਪੈਰਾਫਰੇਜ਼ਿੰਗ ਹੈ ਇੱਕ ਦੂਜੇ ਦੀ। ਤੇ ਜੇ ਬੀ ਆਪਾਂ ਰਿਜੈਕਟ ਕੀਤੀ ਆ ਤਾਂ ਉਹ ਸਿਰਫ ਆਹ ਵਾਲੇ ਕੀਵਰਡ ਕਰਕੇ ਕੀਤੀ ਆ, ਲੈਫਟ ਇਮੀਡੀਏਟਲੀ ਨਹੀਂ ਗਏ ਸੀ। ਲੱਗਿਆ ਪਤਾ ਜੀ? ਕਿਸੇ ਨੂੰ ਕੋਈ ਡਾਊਟ ਤਾਂ ਨਹੀਂ ਜੀ? ਆਕਰਸ਼, ਸਿਮਰ, ਮਨਪ੍ਰੀਤ, ਜੋਤੀ ਸਹੀ ਹੈ ਨਾ ਜੀ ਸਰ? ਓਕੇ, ਜਾ ਕੇ ਦੇਖਦੇ ਆ ਜੀ ਆਪਾਂ ਕੀ ਕਹਿੰਦੇ। ਧਿਆਨ ਨਾਲ ਦੇਖਿਓ ਹੁਣ। ਓਕੇ ਜੀ, ਕੀ ਕਹਿੰਦੇ? ਕਹਿੰਦੇ what was the result of, ਇੱਕ ਗੱਲ ਧਿਆਨ ਚ ਰੱਖਿਓ, ਇਹ ਜਿਹੜੀ ਵੀਡੀਓ ਹੈ YouTube ਚ ਪਾਉਣੀ, ਬਾਅਦ ਚੋਂ ਮੈਂ ਰਿਕਾਰਡਿੰਗ ਲੱਗੀ ਹੈ ਨਾਲੇ। ਠੀਕ ਹੈ ਜੀ, YouTube ਤੋਂ ਵੀ ਸਾਡੀ ਬਾਜੀ ਵਿੱਚ ਆਉਂਗੀ। ਹਾਂ, ਤੁਹਾਡੀ ਬਾਜੀ ਵਿੱਚ। ਚਲੋ ਜੀ ਪੜ੍ਹਦੇ ਹਾਂ। ਡੋਂਟ ਵਰੀ। ਮੈਂ ਹਾਏ ਕਹਤਾ ਇਹਦੇ ਚਲੋ ਕੀ ਕਹਿੰਦੇ ਜੀ? ਕਹਿੰਦੇ what was the result of thousands of people moving to California।
ਅੱਜ ਹੀ ਰਿਕਾਰਡਿੰਗ ਲਾਉਣੀ, ਡੇਲੀ ਬੇਸਿਸ ਸਟੱਡੀ ਲਾਉਣੀ, ਕਿਉਂਕਿ ਮਲਟੀਪਲ ਦੀ ਸਟੂਡੈਂਟ ਕਈ ਡਿਮਾਂਡ ਕਰੀ ਜਾਂਦੇ ਸੀ। ਕੀ ਕਹਿੰਦੇ ਜੀ, ਕਹਿੰਦੇ ਕਿ what was the result of thousands of people, ਕਹਿੰਦੇ ਜੀ ਹਜ਼ਾਰਾਂ ਲੋਕਾਂ ਦਾ ਕੀ ਰਿਜ਼ਲਟ ਨਿਕਲਿਆ। ਕਿਹੜੇ ਲੋਕਾਂ ਦੀ ਗੱਲ ਕਰੀ ਜਾਂਦੇ ਜੀ ਇਹ? ਮੂਵਿੰਗ ਟੂ ਕੈਲੀਫੋਰਨੀਆ, ਜਿਹੜੇ ਲੋਕੀ ਜੀ ਕੈਲੀਫੋਰਨੀਆ ਲਈ ਮੂਵ ਹੋਏ ਸੀਗੇ, ਉਹਨਾਂ ਦਾ ਰਿਜ਼ਲਟ ਕੀ ਨਿਕਲਿਆ ਜਾ ਕੇ ਦੇਖ। ਚਲੋ ਜੀ ਬੇਸਿਸ ਤੇ ਜਾਣੇ ਆ ਜੀ ਆਪਾਂ, ਤੇ ਆਪਾਂ ਇੱਥੋਂ ਤੱਕ ਪੜ੍ਹ ਲਿਆ ਸੀਗਾ, ਤੇ ਮੈਂ ਤੁਹਾਨੂੰ ਕਿਹਾ ਵੀ ਮਲਟੀਪਲ ਨੀਚੇ ਮੂਵ ਹੁੰਦੇ ਆ। ਤੇ ਆਪਾਂ ਆ ਦੇਖੋ ਜੀ ਕੈਲੀਫੋਰਨੀਆ ਦੀ ਗੱਲ ਹੋਈ। ਆ ਦੇਖੋ ਜੀ ਮਾਈਗ੍ਰੇਟਸ ਕੌਣ ਹੁੰਦੇ ਆ? ਕੀਵਰਡ ਤੇ ਪਹੁੰਚ ਗਏ ਨਾ। ਹਾਂਜੀ ਮਾਈਗ੍ਰੇਟਸ ਦਾ ਮਤਲਬ ਜੀ ਕਿ ਜਿਹੜੇ ਲੋਕੀ ਉੱਥੋਂ ਮੂਵ ਹੋਏ ਸੀਗੇ। ਠੀਕ ਹੈ ਜੀ। ਕੀ ਕਹਿੰਦੇ ਜੀ, ਧਿਆਨ ਨਾਲ ਦੇਖਿਓ ਜੀ ਇੱਥੇ ਹੁਣ। ਹਾਂਜੀ ਰਿਜ਼ਲਟ ਕੀ ਨਿਕਲਿਆ ਜੀ ਇਹਨਾਂ ਦਾ, ਆਪਾਂ ਸਪੀਡ ਨਾਲ ਥੋੜਾ ਜਿਹਾ ਪੜਾਂਗੇ ਜੀ ਇਹ ਚੀਜ਼ ਧਿਆਨ ਰੱਖਿਓ। ਮੈਂ ਸਿੱਧਾ ਇੱਥੋਂ ਸ਼ੁਰੂ ਕਰਦਾ। ਫਸਟ ਮਾਈਗ੍ਰੈਂਟ ਜਿਹੜੇ ਅਰਾਈਵ ਹੋਏ ਸੀਗੇ ਬੋਟ ਰਾਹੀਂ, ਕੋਈ ਆਨਸਰ ਨਹੀਂ ਜੀ, ਅਜੇ ਰਿਜ਼ਲਟ ਨਹੀਂ ਆ। ਇਹਨਾਂ ਨੇ ਕੰਟਰੀਆਂ ਦੇ ਨਾਮ ਲਿਖਿਆ। ਇਹ ਪੜਨ ਦੀ ਤੁਸੀਂ ਆਹ ਚੀਜ਼ਾਂ ਤੇ ਕਦੇ ਟਾਈਮ ਨਹੀਂ ਲਾਉਣਾ ਹੁੰਦਾ, ਪਰ ਰਿਜ਼ਲਟ ਵੇਖਣਾ ਵੀ ਉਹਨਾਂ ਦਾ ਰਿਜ਼ਲਟ ਕੀ ਨਿਕਲਿਆ। ਓਨਲੀ ਲੈਟਰ ਵੁੱਡ ਈਸਟ ਕੋਸਟ ਇਨੀਸ਼ੀਅਲੀ ਸਪੈਕਟੀਕਲ ਥਰੂ ਆਊਟ ਥਾਊਜ਼ੈਂਡ ਆਫ ਪੀਪਲ ਯੂਨਾਈਟਿਡ ਸਟੇਟਸ। ਹਾਂਜੀ ਇੱਥੇ ਧਿਆਨ ਨਾਲ ਦੇਖਿਓ ਜੀ, ਇੱਥੇ ਦੇਖਿਓ ਧਿਆਨ ਨਾਲ। ਮੈਂ ਇੱਥੇ ਆ ਕੇ ਸਲੋ ਹੋ ਗਿਆ ਜੀ ਇੱਕ ਵਾਰੀ ਫੇਰ, ਧਿਆਨ ਨਾਲ ਦੇਖਿਓ। ਇੱਥੇ ਆ ਕੇ ਮੈਂ ਸਲੋ ਹੋ ਗਿਆ ਕਿਉਂਕਿ ਮੇਰਾ ਬਣਿਆ ਤਨੇ ਕੀਵਰਡ ਪਿਆ ਹੈ। ਥਾਊਜ਼ੈਂਡਸ ਆਫ ਪੀਪਲ ਜਿਹੜੇ ਯੂਨਾਈਟਿਡ ਸਟੇਟ ਸੀਗੇ ਜੀ, ਉੱਥੇ ਮੋਸਟਲੀ ਮੈਨ ਜਿਹੜੇ ਸੀਗੇ ਜੀ ਅਰਾਊਂਡ ਦਾ ਫੋਰਵਰਡ ਮਨੀ। ਦੇਖੋ ਰਿਜ਼ਲਟ ਕੀ ਨਿਕਲਿਆ, ਉਹਨਾਂ ਨੇ ਬਹੁਤ ਸਾਰਾ ਪੈਸਾ ਲਿਆ। ਠੀਕ ਹੈ, ਜਾਨੀ ਕਿ ਮੌਰਗੇਟਡ ਦੇਅਰ, ਜਾਨੀ ਕਿ ਪ੍ਰਾਪਰਟੀ। ਕਈਆਂ ਨੇ ਆਪਦੀ ਜੋ ਪ੍ਰਾਪਰਟੀ ਵਗੈਰਾ ਸੀਗੀ, ਗਹਿਣੇ ਵਗੈਰਾ ਰੱਖੀ। ਕਈਆਂ ਨੇ ਆਪਣੀ ਸਾਰੀ ਲਾਈਫ ਦੀ ਸੇਵਿੰਗ ਹੈ ਜਿਹੜੀ ਉਹ ਸਪੈਂਡ ਕਰਤੀ। ਕਾਹਦੇ ਵਾਸਤੇ ਕਰਤੀ ਉਹਨਾਂ ਨੇ ਸਪੈਂਡ? ਉਹ ਜਰਨੀ ਕਰਨ ਵਾਸਤੇ। ਕਿਉਂਕਿ ਉਹਨਾਂ ਨੂੰ ਜਦੋਂ ਪਤਾ ਲੱਗਿਆ ਨਾ ਵੀ ਨਿਊਜ਼ ਆਈ ਸੀਗੀ ਵੀ 골ਡ ਲੱਭੀ ਜਾਂਦਾ ਵਾ ਉੱਥੋਂ, ਹਨਾ, ਤੇ ਕੈਲੀਫੋਰਨੀਆ ਦੇ ਲੋਕਾਂ ਨੇ ਆਪਦਾ ਸਾਰਾ ਕੁਝ ਵੇਚ ਵੱਟ ਕੇ ਉੱਥੇ ਜਾ ਵੜੇ ਵੀ ਅਸੀਂ ਸੋਨਾ ਲੱਭ ਲਿਆਈਏ ਖਾਣਾ ਦੇ ਵਿੱਚ। ਠੀਕ ਆ। ਇਨ ਪਰਸਿਊਟ ਆਫ ਕਾਈਂਡ ਆਫ ਵੈਲਥ ਦੇ ਹੈਡ ਨੈਵਰ ਡ੍ਰੀਮਡ ਆਫ। ਕਹਿੰਦੇ ਜੀ ਉਹਨਾਂ ਨੇ ਵੈਲਥ ਜਿਹੜੀ ਸੀਗੀ ਉਹਨਾਂ ਨੇ ਇੰਨੀ ਗਵਾਤੀ ਵੈਲਥ ਜੋ ਕਿ ਉਹਨਾਂ ਨੇ ਸੋਚੀ ਨਹੀਂ। ਕਈਆਂ ਨੇ ਆਪਣੇ ਪਰਿਵਾਰ ਛੱਡਤੇ, ਆਪਦੇ ਲੋਕਲ ਏਰੀਏ ਛੱਡਤੇ ਉਹਨਾਂ ਨੇ ਇੰਟਰਨ ਨਤੀਜੇ ਵਜੋਂ। ਆ ਦੇਖੋ ਜੀ ਧਿਆਨ ਨਾਲ, ਤੁਸੀਂ ਆ ਕੀਵਰਡ ਨੂੰ ਫੋਲੋ ਕਰਨਾ ਵਾ। ਆ ਕੀਵਰਡ ਦਾ ਮੀਨਿੰਗ ਹੈਗਾ ਵਾ ਐਜ਼ ਅ ਰਿਜ਼ਲਟ। ਉਹਨਾਂ ਨੇ ਵੀ ਕਿਹਾ ਸੀ ਕਿ ਕੀ ਰਿਜ਼ਲਟ ਨਿਕਲਿਆ, ਤੇ ਆਪਾਂ ਰਾਈਟਿੰਗ ਟਾਸਕ 2 ਚਲਾਉਂਦੇ ਹਾਂ ਨਾ ਵਿਚ ਇੰਟਰਨ। ਇਹਦਾ ਮਤਲਬ ਧਿਆਨ ਨਾਲ ਦੇਖਿਓ ਸੈਮੀ ਇਹਨਾਂ ਨੇ ਇੱਥੇ ਇੱਕ ਚੀਜ਼ ਬਹੁਤ ਵੱਡੀ ਨੋਟ ਕਰਨ ਵਾਲੀ ਆ ਜਿਹੜੇ ਚੀਜ਼ ਲਾਈ ਹੈ ਜੀ ਇਹਨਾਂ ਨੇ। ਮੈਂ ਤੁਹਾਨੂੰ ਦੱਸਦਾ ਏ ਕਿ ਇਹ ਇੱਥੋਂ ਚੀਜ਼ ਸਟਾਰਟ ਹੋਈ ਆ ਜਿੰਨੀਆਂ ਵੀ ਚੀਜ਼ਾਂ ਕਹਿੰਦੇ ਹੋਈਆਂ। ਕਈਆਂ ਨੇ ਆਪਣਾ ਪੈਸਾ ਖੋਇਆ, ਕਈਆਂ ਨੇ ਆਪਣੀ ਪ੍ਰਾਪਰਟੀ ਖੋਈ, ਕਈਆਂ ਨੇ ਆਪਦੇ ਘਰ-ਬਾਰ ਛੱਡੇ। ਕਹਿੰਦੇ ਜੀ ਇਹ ਸਾਰੇ ਕਾਸੇ ਦਾ ਰਿਜ਼ਲਟ, ਇਹ ਸਾਰੇ ਕਾਸੇ ਦਾ ਰਿਜ਼ਲਟ ਕਹਿੰਦੇ ਕੀ ਨਿਕਲਿਆ। ਇੰਟਰਨ ਲਾ ਕੇ ਲਿਖਿਆ ਕੀ ਨਿਕਲਿਆ ਜੀ, देयर ਵਾਈਫਸ, ਉਹਨਾਂ ਦੀਆਂ ਜਿਹੜੀਆਂ ਘਰ ਵਾਲੀਆਂ ਸੀਗੀਆਂ, ਹੈਡ ਨੋ ਆਪਸ਼ਨ, ਉਹਨਾਂ ਕੋਲੇ ਕੋਈ ਚੀਜ਼ ਨਹੀਂ ਬਣੀ, ਕੋਈ ਚੁਆਇਸ ਨਹੀਂ ਬਚੀ ਜੀ ਉਹਨਾਂ ਕੋਲੇ। ਬਟ ਟੂ ਦਾ ਮਤਲਬ ਹੁੰਦਾ ਕਿ ਸਿਰਫ ਇੱਕ ਚੀਜ਼ ਹੀ ਉਹਨਾਂ ਨੂੰ ਐਕਸੈਪਟ ਕਰਨੀ ਪਈ, ਸ਼ੋਲਡਰ ਡਿਫਰੈਂਟ ਰਿਸਪੌਂਸਿਬਿਲਿਟੀਜ਼। ਉਹਨਾਂ ਦੀਆਂ ਘਰ ਵਾਲੀ, ਕਿਉਂਕਿ ਇੱਥੇ ਲਿਖਿਆ ਕਿ ਸਿਰਫ ਮੈਨ ਹੀ ਗਏ ਸੀਗੇ ਜ਼ਿਆਦਾਤਰ, ਤਾਂ ਕਰਕੇ ਰਿਜ਼ਲਟ ਕੀ ਨਿਕਲਿਆ, ਉਹਨਾਂ ਦੀਆਂ ਜਿਹੜੀਆਂ ਘਰ ਵਾਲੀਆਂ ਸੀਗੀਆਂ ਜੀ ਉਹਨਾਂ ਨੂੰ ਰਿਸਪੌਂਸਿਬਿਲਿਟੀਜ਼ ਲੈਣੀ ਪਈਆਂ। ਕਿਹੜੀਆਂ ਰਿਸਪੌਂਸਿਬਿਲਿਟੀਆਂ? ਫਾਰਮ ਉਹਨਾਂ ਨੂੰ ਚਲਾਉਣੇ ਪਏ, ਬਿਜ਼ਨਸ ਪਿੱਛੋਂ ਉਹਨਾਂ ਨੂੰ ਹੈਂਡਲ ਕਰਨੇ। ਲੱਗਿਆ ਪਤਾ ਜੀ? ਲੱਗਿਆ ਪਤਾ? ਚਲੋ ਜੀ ਆਪਾਂ ਜਾ ਕੇ ਆਪਣੀ ਸਹੀ ਜਿਹੜੀ ਲੋਕੇਸ਼ਨ ਫਾਈਂਡ ਹੋਈ ਸੀਗੀ। ਇੱਥੋਂ ਆਪਾਂ ਸਪੀਡ ਦੇ ਨਾਲ ਪੜਿਆ ਸੀਗਾ ਕਿਉਂਕਿ ਆਪਣੀ ਕੋਈ ਲੋਕੇਸ਼ਨ ਨਹੀਂ ਸੀ, ਵੈਸੇ ਭਕਾਈ ਮਰੀ ਜਾਂਦੇ ਸੀ। ਥੱਲੇ ਆ ਕੇ ਆਪਾਂ ਨੂੰ ਪਤਾ ਲੱਗਿਆ ਕਿ ਥਾਊਜ਼ੈਂਡਸ ਆਫ ਪੀਪਲ ਦੇ ਨਾਲ ਕੀ ਹੋਇਆ। ਇੱਥੋਂ ਆ ਕੇ ਆਪਾਂ ਨੂੰ ਪਤਾ ਲੱਗਿਆ ਕਿ ਰਿਜ਼ਲਟ ਕੀ ਨਿਕਲਿਆ। ਲੱਗਿਆ ਜੀ ਪਤਾ? ਹੁਣ ਜਾ ਕੇ ਆਪਸ਼ਨਾਂ ਕੱਲੀਆਂ ਤੁਸੀਂ ਪੜ੍ਹਨੀਆਂ ਤੇ ਮੈਨੂੰ ਦੱਸਣੀਆਂ ਕਿ ਸਾਰਾ ਚੀਜ਼ ਹੋ ਸਕਦੀ ਹੈ ਕਿ ਨਹੀਂ। ਧਿਆਨ ਨਾਲ ਦੇਖਿਓ ਜੀ, ਪਹਿਲੀ ਆਪਸ਼ਨ ਆਪਣੇ ਕੀ ਆ, ਕਹਿੰਦੇ ਸੈਨ ਫਰਾਂਸਿਸਕੋ ਕੁਡ ਨਾਟ ਕੋਪ ਵਿਦ ਦਾ ਇਨਫਲਕਸ ਆਫ ਪੀਪਲ ਫਰੋਮ ਅਰਾਊਂਡ ਦਾ ਵਰਲਡ। ਕਹਿੰਦੇ ਜੀ ਜਿਹੜੇ ਲੋਕੀ, ਜਿਹੜਾ ਸੈਨ ਫਰਾਂਸਿਸਕੋ ਸੀਗਾ ਉਹ ਸਾਹਮਣਾ ਹੀ ਨਹੀਂ ਕਰ ਸਕਿਆ ਜਿਹੜੇ ਇੰਨੇ ਲੋਕੀ ਵਰਲਡ ਦੇ ਆਸੇ ਪਾਸੋਂ ਆਏ ਸੀਗੇ। ਹਾਂਜੀ ਜੀ, ਕੀ ਕਰੇ ਤੇ ਟਿਕ ਕਰਾਂਗੇ, ਕ੍ਰੋਸ ਕਰਾਂ? ਕ੍ਰੋਸ ਕਰਦਾ। ਕਹਿੰਦੇ ਜੀ ਮੈਨੀ ਮਾਈਨਰਸ ਹੁੰਦਾ ਵਾ ਜਿਹੜੇ ਖੁਦਾਈ ਕਰਦੇ ਆ। ਮੈਨੀ ਮਾਈਨਰਸ ਗੋਟ ਮੋਰ ਮਨੀ ਦੈਨ ਦੇ ਕੁਡ ਐਵਰ ਹੈਵ ਅਰਨਡ ਐਟ ਹੋਮ। ਕਹਿੰਦੇ ਕੁਝ ਮਾਈਨਰਸ ਨੇ ਬਹੁਤ ਜ਼ਿਆਦਾ ਪੈਸਾ ਕਮਾਇਆ ਜਿੰਨਾ ਕਿ ਉਹ ਆਪਣੇ ਘਰੇ ਵੀ ਨਹੀਂ ਕਮਾ ਸਕਦੇ ਸੀਗੇ, ਉਦੋਂ ਜ਼ਿਆਦਾ ਹੀ ਕਮਾਇਆ ਸਗੋਂ ਉਹਨਾਂ ਨੇ। ਹਾਂਜੀ, ਟਿਕ ਲਵਾਂ ਕਿ ਕ੍ਰੋਸ?
ਪੈਸੇਜ ਦੇ ਵਿੱਚ ਲਿਖਿਆ ਜੀ ਕਿ ਬਹੁਤ ਮਾਈਨਰ ਕ੍ਰੋਸ ਹੀ ਕ੍ਰਾਸ ਕਰਨ ਕ੍ਰੋਸ ਦੀ ਕ੍ਰੋਸ ਡਾਊਟ ਚ ਕਾਹਤੋਂ ਪੈ ਗਏ ਤੁਸੀਂ ਸਨਪ੍ਰੀਤ ਤੇ ਸਿਮਰ? ਕਿਤੇ ਲਿਖਿਆ ਵਾ ਵੀ ਜ਼ਿਆਦਾਤਰ ਮਾਈਨਰਸ ਨੇ ਪੈਸਾ ਕਮਾਇਆ? ਹਜੇ ਤਾਂ ਗੱਲ ਹੀ ਨਹੀਂ ਜਾਣਦੀ sir। ਹੋਈ ਜਾਂਦੀ ਹੈ ਜੀ, ਸਮਝ ਲੱਗੀ ਨਾ। ਤੀਜੇ ਵਿੱਚ ਜੀ ਹਾਂਜੀ some of those who stayed behind, ਉਹਨਾਂ ਵਿੱਚੋਂ ਕੁਝ ਕੁ ਜਿਹੜੇ ਪਿੱਛੇ ਰਹੇ ਸੀ, ਪਿੱਛੇ ਦਾ ਮਤਲਬ ਜਿਹੜੇ ਘਰੇ ਰਹੇ ਸੀਗੇ, had to take on unexpected roles। ਕਹਿੰਦੇ ਜੀ ਜਿਹੜੇ ਲੋਕੀ ਵਿਚਾਰੇ ਜਾਣੀ ਕਿ ਬਿਹਾਈਂਡ ਰਹੇ ਸੀਗੇ, ਘਰੇ ਰਹੇ ਸੀਗੇ, ਉਹਨਾਂ ਨੂੰ ਇਦਾਂ ਦੀਆਂ ਰਿਸਪੌਂਸਿਬਿਲਟੀਆਂ ਲੈਣੀਆਂ ਪਈਆਂ, ਇਦਾਂ ਦੇ ਰੋਲ ਅਦਾ ਕਰਨੇ ਪਏ ਜਿਹੜੇ ਉਹਨਾਂ ਨੇ ਕਦੇ ਸੋਚੇ ਵੀ ਨਹੀਂ ਸੀ। ਟਿਕ ਕਰਾਂ ਕਿ ਕ੍ਰਾਸ ਕਰਾਂ? ਹਾਂਜੀ ਟਿੱਕੀ ਹਾਂਜੀ ਸਮਝ ਗਏ ਕੀ ਕਹਿਣਾ ਚਾਹੁੰਦੇ ਆ ਜੀ ਇਹ? ਆਹਾ ਇਸ਼ਾਰਾ ਕਿੰਨਾ ਵੱਲੀ ਜਾ ਰਿਹਾ ਵਾ? ਉਹਨਾਂ ਦੀਆਂ ਵਾਈਫਸ ਉਹਨਾਂ ਦੇ ਘਰ ਵਾਲੇ ਹਮੇ ਲੱਗੀ ਜੀ ਸਟੇਟ ਕਹਿ ਰਹੇ ਆ ਕਿ ਜਿਹੜੀਆਂ ਘਰੇ ਰਹੀਆਂ ਸੀਗੀਆਂ। ਅਨਐਕਸਪੈਕਟਡ ਰੋਲ ਕਿਹਨੂੰ ਕਹਿ ਰਹੇ ਆ ਜੀ? ਕਿਉਂਕਿ ਉਦੋਂ ਪਹਿਲਾਂ ਫਾਰਮਿੰਗ ਤੇ ਬਿਜ਼ਨਸ ਉਹਨਾਂ ਦੇ ਹਸਬੈਂਡ ਕਰਦੇ ਹੁੰਦੇ ਸੀ। ਹਾਂਜੀ ਸਰ। ਲੱਗਿਆ ਪਤਾ ਜੀ? ਮੈਂ ਤੁਹਾਨੂੰ ਇਹ ਚੀਜ਼ ਕਹਿਣਾ ਕਿ ਮਲਟੀਪਲ ਤੁਹਾਨੂੰ ਔਖੇ ਲੱਗਦੇ ਆ ਕਿਉਂਕਿ ਤੁਸੀਂ ਇਹ ਚੀਜ਼ ਕਹਿੰਦੇ ਹੋ ਕਿ ਸਰ ਪੈਸੇ ਦੇ ਵਿੱਚ ਨਾ ਤਾਂ ਕਿਤੇ ਅਨਐਕਸਪੈਕਟਡ ਰੋਲ ਲਿਖਿਆ ਸੀ, ਨਾ ਤੁਸੀਂ ਅਨਐਕਸਪੈਕਟਡ ਮੀਨਿੰਗ ਸਰ ਜਿਹੜਾ ਕੰਮ ਉਹਨਾਂ ਦੇ ਜਿਹੜੀ ਚੀਜ਼ ਆਪਾਂ ਜਿਹੜੀ ਚੀਜ਼ ਦੀ ਹੋਪ ਨਾ ਰੱਖੀ ਹੋਵੇ, ਜਿਹੜੀ ਚੀਜ਼ ਦੀ ਆਪਾਂ ਹੋਪ ਨਾ ਰੱਖੀ ਹੋਵੇ, ਹਮੇ ਲੱਗੀ ਓਕੇ ਜਿਹੜੀ ਚੀਜ਼ ਆਪਾਂ ਕਦੇ ਸੋਚੀ ਨਾ ਹੋਵੇ ਅਨਐਕਸਪੈਕਟਡਲੀ। ਠੀਕ ਹੈ ਜੀ। ਹਨਪ੍ਰੀਤ ਜੋਤੀ ਲੱਗ ਗਿਆ ਨਾ ਪਤਾ ਜੀ? ਹਮੇਸ਼ਾ ਯਾਦ ਰੱਖਿਓ ਜੀ ਤੁਹਾਡੇ ਮਲਟੀਪਲ ਹਮੇਸ਼ਾ ਜੇ ਗਲਤ ਹੁੰਦੇ ਆ ਤਾਂ ਸਿਰਫ ਤਾਂ ਗਲਤ ਹੁੰਦੇ ਆ ਕਿਉਂਕਿ ਡਾਇਰੈਕਟ ਚੀਜ਼ ਕਦੇ ਨਹੀਂ ਲਿਖੀ ਹੁੰਦੀ, ਕਦੇ ਵੀ। ਚਲੋ ਆਪਾਂ ਡੀ ਵਾਲਾ ਪੜ੍ਹ ਲੈਂਦੇ ਹੁਣ ਜਾ ਕੇ। ਨਿਊ ਟਾਊਨਸ ਵਰ ਇਸਟੈਬਲਿਸ਼ਡ, ਨਵੇਂ ਟਾਊਨ ਇਸਟੈਬਲਿਸ਼ ਕਰਦੇ ਸੀਗੇ ਜੀ ਉਹ, ਕਹਿੰਦੇ ਵਿਚ ਬਿਕੇਮ ਜਾਨੀ ਕਿ ਗੁੱਡ ਪਲੇਸਸ ਟੂ ਲਿਵ, ਜੋ ਕਿ ਚੰਗੀਆਂ ਥਾਵਾਂ ਬਣ ਗਈਆਂ ਰਹਿਣ ਦੇ ਲਈ। ਗੱਲ ਹੋਈ ਜੀ ਕਿਤੇ? ਨੋ ਸਰ। ਨਹੀਂ ਹੋਈ ਨਾ। ਤੇ ਮੈਂ ਤੁਹਾਨੂੰ ਦੱਸ ਦਵਾਂ ਉਹ ਪੈਸੇ ਦੇ ਵਿੱਚ ਨੀਚੇ ਜਾ ਕੇ ਡੀ ਆਪਸ਼ਨ ਦੀ ਗੱਲ ਹੋਈ ਵੀ ਆ, ਬਟ ਉਹ ਰਿਜ਼ਲਟ ਨਹੀਂਗਾ ਹੈਗਾ ਇਹਨਾਂ ਦਾ। ਸਮਝ ਲੱਗੀ ਨਾ? ਲੱਗ ਗਿਆ ਨਾ ਪਤਾ ਜੀ? ਆਪਸ਼ਨ ਆਪਣੀ ਕੀ ਹੈ ਜੀ ਇੱਥੇ? ਸੀ ਇਜ਼ ਦਾ ਕਰੈਕਟ ਆਪਸ਼ਨ। ਇਸ ਨੂੰ ਕੋਈ ਡਾਊਟ ਤਾਂ ਨਹੀਂ ਜੀ? ਆਪਾਂ 3 ਕੀਤੇ, ਹੁਣ ਆਪਾਂ ਲਾਸਟ ਕਰਨ ਲੱਗੇ 31। ਓਕੇ ਸਰ। ਠੀਕ ਹੈ ਜੀ 31 ਕਰਨ ਲੱਗੇ ਜੀ ਆਪਾਂ। ਕੀ ਕਹਿੰਦੇ ਧਿਆਨ ਨਾਲ ਦੇਖਿਓ। ਉਹ ਕਹਿੰਦੇ ਜੀ ਜਾਨੀ ਕਿ what does the writer say, what does the writer say about using pens and rockers to find gold। ਹਾਂਜੀ ਕੀ ਕਹਿੰਦਾ ਜੀ? ਕਹਿੰਦੇ ਜੀ ਰਾਈਟਰ ਕੀ ਕਹਿੰਦਾ ਵਾ ਪੈਨਸ ਤੇ ਰੌਕਰਸ ਯੂਜ਼ ਕਰਨ ਬਾਰੇ, ਟੂ ਫਾਈਂਡ ਗੋਲਸ। ਫਾਈਂਡ ਗੋਲ ਜਾਨੀ ਕਿ ਗੋਲ ਦਾ ਮਤਲਬ ਹੋ ਸਕਦਾ ਇਹ ਕੋਈ ਉਹਨਾਂ ਦੇ ਔਜ਼ਾਰ ਵਗੈਰਾ ਹੋਣ ਜਿਨ੍ਹਾਂ ਨਾਲ ਉਹ ਸੋਨਾ ਫਾਈਂਡ ਕਰਦੇ ਹੋਣ, ਹਨਾ। ਇੱਥੇ ਲਿਖਿਆ ਨਾ ਫਾਈਂਡ ਗੋਲਡ। ਤਾਂ ਆਪਾਂ ਇਹ ਦੇਖਿਓ ਨਾ ਵੀ ਰਾਈਟਰ ਕੀ ਕਹਿੰਦਾ ਨਾ, ਵੀ ਇਹਨਾਂ ਬਾਰੇ ਜਾ ਕੇ ਦੇਖ ਕੇ ਆਉਂਦੇ ਰਾਈਟਰ ਦਾ ਕੀ ਲਿਖਿਆ ਵਾ ਇਹਦੇ ਬਾਰੇ, ਉਹਨਾਂ ਚ ਕੀ ਕਹਿੰਦਾ ਹੈ ਤਾਂ ਦੇਖਦੇ ਹਾਂ ਜੀ ਆਪਾਂ। ਇਹਨਾਂ ਨੂੰ ਯੂਜ਼ ਕਰਨ ਦੇ ਬਾਰੇ ਉਹ ਕੀ ਕਹਿੰਦਾ। ਓਕੇ ਜੀ ਆਪਾਂ ਥੱਲੇ ਜਾਂਦੇ ਆ। ਹੁਣ ਤੱਕ ਤੁਹਾਨੂੰ ਪਤਾ ਲੱਗਿਆ ਕਿ ਆਪਾਂ ਸੀ ਤੱਕ ਆ ਗਏ ਸੀਗੇ ਤੇ ਆਪਣਾ ਇੱਥੇ ਆਨਸਰ ਸਾਰਾ ਭਰਿਆ ਪਿਆ ਸੀ ਆਨਸਰਾਂ ਨਾਲ। ਹੁਣ ਆਪਾਂ ਨੀਚੇ ਮੂਵ ਹੁੰਨੇ ਆ ਜੀ। ਆਪਣਾ ਕੀਵਰਡ ਹੈਗਾ ਪੈਨਸ ਤੇ ਰੌਕਰਸ, ਆਪਦੇ ਮਾਈਂਡ ਚ ਰੱਖਿਓ। ਮੈਂ ਇੱਥੇ ਉਹਨੂੰ ਮਿੰਟੋ ਮਿੰਟ ਹੀ ਸਕਿਮ ਕਰਦਾ ਵਾਂ, ਸੌਰੀ ਇਹਨੂੰ ਮੈਂ ਸਕੈਨ ਕਰੀ ਜਾਂਦਾ। ਸਕਿਮ ਹੁੰਦਾ ਮੀਨਿੰਗ ਲੱਭਣਾ, ਸਕੈਨ ਜਦੋਂ ਇਹਨੂੰ ਛੇਤੀ ਛੇਤੀ ਕਰਾਂਗੇ ਜੀ। ਕਿਤੇ ਲਿਖਿਆ ਦਿਖਿਆ ਆਪਾਂ ਨੂੰ ਜੀ ਪੈਨ ਵਗੈਰਾ? ਹੈ ਨਹੀਂ, ਪੈਨ ਰੌਕਰਸ ਨੋ ਸਰ। ਇਦਾਂ ਵੀ ਇਹਨੂੰ ਜਿਵੇਂ ਮਰਜ਼ੀ ਤੁਸੀਂ ਦੇਖ ਸਕਦੇ ਹੋ, ਜੰਪ ਕਰ ਕਰਕੇ ਤੁਸੀਂ ਦੇਖਣਾ, ਜੰਪ ਕਰ ਕਰਕੇ ਇਦਾਂ ਤੁਸੀਂ ਦੇਖਣਾ ਹੁੰਦਾ। ਇਹ ਨਹੀਂ ਦਿਖਿਆ, ਠੀਕ ਹੈ। ਨੀਚੇ ਜਾ ਕੇ ਨੀਚੇ ਜਾ ਕੇ ਦੇਖਦੇ ਆ ਕਿ ਪੈਨਸ ਉਹਨੇ ਲਿਖਿਆ ਜੀ। ਤੇ ਆ ਦੇਖੋ ਜੀ ਬਣਾਇਆ ਪਿਆ, ਪੈਨਿੰਗ ਲਿਖਿਆ। ਹਾਂਜੀ ਪੈਨ ਦਾ ਪੈਨਿੰਗ ਬਣਾਇਆ ਪਿਆ ਇਹਨਾਂ ਨੇ, ਠੀਕ ਆ। ਤੇ ਜੇ ਆਪਾਂ ਥੋੜਾ ਜਿਹਾ ਗਾਹ ਜਾਈਏ ਤਾਂ ਆ ਦੇਖੋ ਜੀ ਇੱਥੇ ਵੀ ਪੈਨ ਪਿਆ ਵਾ ਨਾ। ਤੇ ਜੇ ਆਪਾਂ ਇਹਨੂੰ ਥੋੜਾ ਜਿਹਾ ਸਕੈਨ ਕਰੀਏ ਤਾਂ ਆ ਦੇਖੋ ਇੱਥੇ ਵੀ ਪੈਨ ਪਿਆ। ਰੌਕਰਸ ਕਿਤੇ ਨਹੀਂ ਆਇਆ, ਆ ਦੇਖੋ ਰੌਕਰਸ ਕਿੱਥੇ ਪਿਆ ਜੀ? ਅਗਲੇ ਪੈਰਾਗ੍ਰਾਫ ਦੇ ਵਿੱਚ, ਠੀਕ ਹੈ ਜੀ। ਹਾਂਜੀ ਹੁਣ ਇੱਥੇ ਧਿਆਨ ਨਾਲ ਇਹ ਚੀਜ਼ ਦੇਖਿਓ ਜੀ ਕਿ ਜਿਹੜਾ ਰਾਈਟਰ ਆ, ਆਪਾਂ ਇੱਕ ਥੋੜਾ ਜਿਹਾ ਹੋਰ ਨੀਚੇ ਕਰ ਲੈਂਦੇ ਆ, ਧਿਆਨ ਨਾਲ ਦੇਖਿਓ। ਤਾਂ ਰਾਈਟਰ ਕਹਿੰਦੇ ਜੀ ਪੈਨ ਤੇ ਰੌਕਰਸ ਯੂਜ਼ ਕਰਨ ਬਾਰੇ ਕੀ ਕਹਿੰਦਾ, ਹਨਾ? ਉਹਦਾ ਕੀ ਵਿਚਾਰ ਹੈ ਇਹਦੇ ਬਾਰੇ, ਕੀ ਕਹਿੰਦਾ? ਹੁਣ ਤੁਸੀਂ ਮੈਨੂੰ ਇਹ ਓਨੈਸਟ ਨਾਲ ਆਨਸਰ ਦਿਓ ਕਿ ਇੱਥੇ ਤੁਹਾਡਾ ਪੈਨਿੰਗ ਦੇ ਬਾਰੇ ਗੱਲ ਹੋਈ ਜਾਂਦੀ ਹੈ, ਇੱਥੇ ਤੁਹਾਡੀ ਜੀ ਰੌਕਰਸ ਦੇ ਬਾਰੇ ਗੱਲ ਹੋਈ ਜਾਂਦੀ ਹੈ, ਇੱਥੇ ਤੁਹਾਡੀ ਰੌਕਰਸ ਕਹਿੰਦੇ ਵੀ ਇਹਦੀਆਂ ਐਡਵਾਂਟੇਜਸ ਵੀ ਆ, ਇਹਦੀਆਂ ਡਿਸਐਡਵਾਂਟੇਜਸ ਵੀ ਆ, ਹਨਾ? ਤੇ ਮੇਰੀ ਗੱਲ ਤੁਹਾਨੂੰ ਲੱਗਦਾ ਵੀ ਤੁਹਾਨੂੰ ਸਾਰਾ ਪੜ੍ਹਨਾ ਪੈਣਾ ਹੁਣ ਇਹ ਦੇ ਪਿੱਛੇ? ਤੁਸੀਂ ਮੈਨੂੰ ਦੱਸੋ ਐਡਵਾਂਟੇਜ ਡਿਸਐਡਵਾਂਟੇਜ। ਹਾਂਜੀ ਦੱਸੋ ਜੀ ਮੈਨੂੰ ਕਿ ਕੀ ਤੁਹਾਨੂੰ ਇਹ ਇੱਕ ਆਨਸਰ ਦੇ ਲਈ ਉਹਨੇ ਤੇ ਸਾਰਾ ਪੜ੍ਹਨਾ ਚਾਹੀਦਾ ਵਾ ਕਿ ਪਹਿਲਾਂ ਤੁਸੀਂ ਪੈਰਾਗ੍ਰਾਫ ਪੜ੍ਹੋ ਸਾਰਾ ਪੈਨਿੰਗ ਵਾਲਾ, ਫਿਰ ਤੁਸੀਂ ਸਾਰਾ ਪੜ੍ਹੋ ਜੀ ਰੌਕਰਸ ਵਾਲਾ, ਫਿਰ ਤੁਸੀਂ ਅਗੇਨ ਨੀਚੇ ਜਾਓ ਜੀ।
ਅਗੇਨ ਨੀਚੇ ਜਾ ਕੇ ਫਿਰ ਤੁਸੀਂ ਆ ਦੇਖੋ, ਤੁਸੀਂ ਟਰਾਈ ਕਰਨੀ ਆ ਜਿੱਥੇ ਪੈਨ ਤੇ ਰੋਕਰ ਆ ਜਿਹੜੇ ਇਕੱਠੇ ਲਿਖੇ ਹੋਏ ਆ। ਤਾਂ ਧਿਆਨ ਨਾਲ ਦੇਖਿਓ ਆਕਰਸ਼ ਨੇ ਕਿਉਂ ਕਿਹਾ ਇਦਾਂ ਕਿ ਇਹ ਵਾਲਾ ਦੇਖੋ ਮੇਬੀ ਉਹਨੇ ਇੱਥੇ ਰੋਕਰ ਲਿਖਿਆ ਦੇਖ ਲਿਆ ਤੇ ਉਹਨੇ ਅੱਗੇ ਕੀ ਲਿਖਿਆ ਦੇਖਿਆ ਜੀ, ਦੋਨੇ ਵਰਡ ਪੈਨ ਤੇ ਰੋਕਰ। ਲੱਗਿਆ ਪਤਾ ਜੀ? ਠੀਕ ਹੈ ਜੀ। ਚਲੋ ਆਪਾਂ ਜਾ ਕੇ ਇੱਥੇ ਦੇਖਦੇ ਹਾਂ ਕਿ ਆਪਾਂ ਨੂੰ ਆਨਸਰ ਆਪਣਾ ਇਹ ਬੀਪੀ ਚ ਮਿਲਦਾ ਕਿ ਨਹੀਂ ਮਿਲਦਾ ਜੀ, ਇਹਨੂੰ ਯੂਜ਼ ਕਰਨ ਦੇ ਬਾਰੇ ਰਾਈਟਰ ਕੀ ਕਹਿੰਦੇ। ਤੇ ਨਾਲ ਦੇਖੋ ਜੀ ਕਹਿੰਦੇ ਐਡਵਾਂਟੇਜਸ ਜਿਹੜੀਆਂ ਹੈਗੀਆਂ ਵਾ ਉਹ ਲਿਖੀ ਜਾਂਦਾ, ਇਹਦੀਆਂ ਆ ਐਡਵਾਂਟੇਜਸ ਆ ਜੀ ਕਹਿੰਦੇ। ਠੀਕ ਹੈ ਜੀ। ਪੈਨ ਵਿਦ ਦ ਪੈਨ ਦਾ ਪ੍ਰਾਇਮਰੀ ਡਿਸਐਡਵਾਂਟੇਜ ਕੀ ਹੈ ਜੀ, ਕਹਿੰਦੇ ਰੋਕਰ ਆ ਜਿਹੜਾ ਉਹ ਡਿਫਿਕਲਟੀ ਹੁੰਦੀ ਉਹਨੂੰ ਟ੍ਰੈਪਿੰਗ ਦੇ ਵਿੱਚ, ਸਮੋਲੈਸਟ ਜਿਹੜੇ ਪਾਰਟੀਕਲਸ ਹੁੰਦੇ ਆ ਨਾ 골ਡ ਦੇ, ਉਹਨਾਂ ਨੂੰ ਲੱਭਣ ਦੇ ਵਿੱਚ ਕਹਿੰਦੇ ਦਿੱਕਤ ਹੁੰਦੀ ਹੈ। ਹਾਲੇ ਤੱਕ ਪਰ ਰਾਈਟਰ ਨੇ ਇਦਾਂ ਨਹੀਂ ਕਿਹਾ ਵੀ, ਉਹਨੇ ਕਿਹਾ ਨਹੀਂ ਗਾ ਵੀ ਉਹ ਕੀ ਸੋਚਦਾ ਦੋਵਾਂ ਦੇ ਯੂਜ਼ ਕਰ ਪਾਏ। ਸਮ ਮਾਈਨਰਸ ਕੀ ਕਹਿੰਦੇ ਜੀ, ਕਹਿੰਦੇ ਕੁਝ ਮਾਈਨਰਸ ਜਿਹੜੇ ਹੈਗੇ ਆ ਉਹਨਾਂ ਨੇ ਸਮਾਲ ਅਮਾਉਂਟ ਆਫ ਯਾਨੀ ਕਿ ਮਰਕਰੀ ਨੂੰ ਕੀਤਾ ਸੀਗਾ ਐਡ bottom of the rocker due to its chemical consumption it had a ability to trap fine gold। ਇਹ ਪਾਉਣ ਦੇ ਨਾਲ ਇਹਦੀ ਅਬਿਲਿਟੀ ਜੀ ਵੱਧ ਗਈ, ਠੀਕ ਹੈ ਨਾ, ਯਾਨੀ ਕਿ ਇਹਦੀ ਜੋ ਫੈਕਲਟੀ ਸੀਗੀ ਗੋਲਡ ਨੂੰ ਫਾਈਂਡ ਕਰਨ ਦੀ। ਓਕੇ, ਪੀਰੀਓਡਿਕਲੀ ਫਿਰ ਕੀ ਕਹਿੰਦੇ ਜੀ ਉਹ ਤਾਂ ਮਾਈਨਰਸ ਜਿਹੜੇ ਹੈਗੇ ਆ ਜੀ ਵੁੱਡ ਰਿਮੂਵ ਐਂਡ ਹੀਟ ਇਟ, ਉਹ ਇਹਨੂੰ ਹੀਟ ਕਰ ਲੈਣਗੇ ਤੇ ਰਿਮੂਵ ਕਰ ਦੇਣਗੇ ਜੀ ਇਹਨੂੰ, ਤੇ ਯਾਨੀ ਕਿ ਵੈਪਰਾਈਜ਼ ਹੋ ਜਾਊਗਾ। ਇਟ ਵੁੱਡ ਲੀਵ ਗੋਲਡ ਬਿਹਾਈਂਡ, ਜਿਹੜਾ ਗੋਲਡ ਹੈ ਜੀ ਉਹ ਪਿੱਛੇ ਪਿੱਛੇ ਰਹਿ ਜਾਊਗਾ। ਠੀਕ ਹੈ ਜੀ। ਇੰਨਾ ਇੱਕ ਵਾਰੀ ਆਪਾਂ ਪੜ੍ਹ ਕੇ ਦੇਖ